ਤਾਂ ਇਸ ਵੇਲੇ ਸੋਮ ਪ੍ਰਕਾਸ਼ ਕੇਂਦਰੀ ਰਾਜ ਮੰਤਰੀ ਨਿਊਜ਼ 18 ਪੰਜਾਬ ਤੇ ਨੇ। ਨਿਊਜ਼ 18 ਇੱਕ ਸਵਾਲ ਪੁੱਛੇਗਾ ਕਿ ਅਸਲ 'ਚ ਸਰਕਾਰ ਸੋਚ ਕੀ ਰਹੀ ਹੈ, ਮਸਲੇ ਦਾ ਹੱਲ ਕਿਵੇਂ ਹੋਏਗਾ और ਕਿਵੇਂ ਅੰਦੋਲਨ ਜਿਹੜਾ ਵੈ ਉਹ ਖਤਮ ਹੋਏਗਾ, क्योंकि किसान ਤਾਂ ਕਹਿ ਰਹੇ ਨੇ ਕਿ ਤਿੰਨੋਂ ਕਾਨੂੰਨ ਰੱਦ ਹੋਣਗੇ ਤਾਂ ਉਸ ਤੋਂ ਬਾਅਦ ਹੀ ਅੰਦੋਲਨ ਖਤਮ ਹੋਏਗਾ। ਸੋਮ ਪ੍ਰਕਾਸ਼ ਜੀ, ਤੁਹਾਡਾ ਨਿਊਜ਼ 18 ਤੇ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ, ਨਮਸਕਾਰ। ਸੋਮ ਪ੍ਰਕਾਸ਼ ਜੀ, ਮਸਲੇ ਦਾ ਹੱਲ ਕਿਵੇਂ ਹੋਏਗਾ? ਸਰਕਾਰ ਦੇ ਮਨ ਦੇ ਵਿੱਚ ਇਸ ਵੇਲੇ ਚੱਲ ਕੀ ਰਿਹਾ, ਕਿਉਂਕਿ ਗੱਲਬਾਤ ਹੋਈ 8-8 ਘੰਟੇ ਬੈਠਕਾਂ ਹੋਈਆਂ ਲੇਕਿਨ ਬੇਨਤੀਜਾ ਰਹੀ। ਹੁਣ ਕਿਸਾਨਾਂ ਨੇ ਕਿਹਾ ਕਿ ਨਵਾਂ ਪ੍ਰਪੋਜ਼ਲ ਆਏਗਾ, ਉਸ ਤੋਂ ਬਾਅਦ ਹੀ ਗੱਲਬਾਤ ਕਰਾਂਗੇ। ਸਰਕਾਰ ਕਿਸਾਨਾਂ ਦੇ ਮਸਲਿਆਂ ਦੇ ਪ੍ਰਤੀ ਹਮੇਸ਼ਾ ਗੰਭੀਰ ਰਹੀ ਹੈ, ਸੰਵੇਦਨਸ਼ੀਲ ਰਹੀ ਹੈ ਔਰ ਸਾਡੀ ਕੋਸ਼ਿਸ਼ ਸੀ ਕਿ ਕਿਸਾਨ ਯੂਨੀਅਨਸ ਨਾਲ ਬੈਠ ਕੇ ਸਾਰੇ ਮਸਲੇ ਹੱਲ ਹੋਣ। 5 ਦੌਰ ਲਗਾਤਾਰ ਗੱਲਬਾਤ ਹੋਈ, ਕਈ ਘੰਟੇ ਅਸੀਂ ਗੱਲਬਾਤ ਕਰਦੇ ਰਹੇ ਹਾਂ ਔਰ ਇਹਦੇ ਵਿੱਚ ਬੜੇ ਚੰਗੇ ਮਾਹੌਲ 'ਚ ਗੱਲਬਾਤ ਹੁੰਦੀ ਰਹੀ ਹੈ ਔਰ ਜਿਹੜੇ ਵੀ ਬਿੰਦੂ ਉਹਨਾਂ ਨੇ ਉਠਾਏ, ਜਿਹੜੀਆਂ ਮੰਗਾਂ ਉਠਾਈਆਂ, ਸਾਰੀਆਂ ਦੀਆਂ ਸਾਰੀਆਂ ਅਸੀਂ ਮੰਨੀਆਂ ਔਰ 3 ਤਰੀਕ ਦੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਕਿਸਾਨ ਲੀਡਰ ਖੁਸ਼ ਹੋ ਕੇ ਬਾਹਰ ਨਿਕਲੇ ਸੀ ਕਿ ਸਾਡੀਆਂ ਮੰਗਾਂ ਮੰਨੀਆਂ ਗਈਆਂ। 5 ਤਰੀਕ ਨੂੰ ਉਹਨਾਂ ਨੇ ਕਿਹਾ ਅਸੀਂ ਸਲਾਹ ਕਰਕੇ ਫੈਸਲਾ ਕਰਾਂਗੇ, ਤੁਹਾਨੂੰ ਦੱਸਾਂਗੇ। ਸਾਨੂੰ ਆਸ ਸੀ ਕਿ 5 ਤਰੀਕ ਨੂੰ ਕੋਈ ਜਿਹੜੀ ਐਜੀਟੇਸ਼ਨ ਖਤਮ ਹੋ ਜਾਏਗੀ, ਪਰ ਬਦਕਿਸਮਤੀ ਹੈ, ਅਨਫੋਰਚੂਨੇਟ ਮੈਂ ਗੱਲ ਕਹਿ ਸਕਦਾ ਕਿ ਉਹਨਾਂ ਲੀਡਰਸ ਦੇ ਕਈ ਮਜਬੂਰੀ ਰਹੀ ਹੋਏਗੀ ਜਿਨ੍ਹਾਂ ਕਰਕੇ ਇਹ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਔਰ ਉਹਨਾਂ ਨੇ ਕਿਹਾ ਅਸੀਂ ਤਾਂ ਸਾਰੇ ਕਾਨੂੰਨ ਵਾਪਸ ਕਰਾਵਾਂਗੇ, ਤਿੰਨੇ ਕਾਨੂੰਨ ਰੱਦ ਕਰਾਵਾਂਗੇ। ਜਦੋਂ ਕਿ ਉਹਨਾਂ ਦੀਆਂ ਮੰਗਾਂ ਸਾਰੀਆਂ ਮੰਨੀਆਂ ਗਈਆਂ, ਉਹਨਾਂ ਨੂੰ ਇਸ ਖੁਸ਼ੀ ਹੋਣੀ ਚਾਹੀਦੀ ਸੀ ਔਰ ਲੋਕਾਂ ਨੂੰ ਜਿਹੜੇ ਠੰਡ ਵਿੱਚ ਇੱਥੇ ਬੈਠੇ ਉਹਨਾਂ ਨੂੰ ਵਾਪਸ ਲੈ ਕੇ ਜਾਣਾ ਚਾਹੀਦਾ ਸੀ। ਇਹ ਬਦਕਿਸਮਤੀ ਹੈ, ਨਾ ਇਹ ਦੇਸ਼ ਦੇ ਹਿੱਤ ਵਿੱਚ ਹੈ, ਨਾ ਕਿਸਾਨਾਂ ਦੇ ਹਿੱਤ ਵਿੱਚ ਹੈ, ਨਾ ਲੀਡਰਾਂ ਦੇ ਹਿੱਤ ਵਿੱਚ ਹੈ। ਤੁਸੀਂ ਕਿਹਾ ਮਜਬੂਰੀ ਰਹੀ ਹੋਏਗੀ, ਮਜਬੂਰੀ ਕਿਸ ਦੀ ਰਹੀ ਹੋਏਗੀ? ਕਿਸਾਨ ਲੀਡਰਸ ਜਦੋਂ ਗੱਲਬਾਤ ਵਿੱਚ ਬਹੁਤ ਚੰਗੇ ਮਾਹੌਲ 'ਚ ਗੱਲਬਾਤ 3 ਤਰੀਕ ਨੂੰ ਕਰਕੇ ਨਿਕਲੇ ਸੀ, ਜਦੋਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਜੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਅਸੀਂ ਇਹ ਗੱਲਾਂ ਮੰਨਣ ਨੂੰ ਤਿਆਰ ਹਾਂ, ਤਾਂ ਉਹ ਤੋਂ ਬਾਅਦ ਬੜੇ ਚੰਗੇ ਮਾਹੌਲ 'ਚ ਬਾਹਰ ਨਿਕਲ ਕੇ ਗਏ ਸੀ। ਫਿਰ 5 ਤਰੀਕ ਨੂੰ ਆ ਕੇ ਕਹਿਣਾ ਕਿ ਅਸੀਂ ਸਾਰੇ ਕਾਨੂੰਨ ਰੱਦ ਕਰਾਂਗੇ, ਇਹ ਉਹਨਾਂ ਦੀ ਕੋਈ ਕਿਸੇ ਦਬਾਅ ਥੱਲੇ ਜਾਂ ਕਿਸੇ ਮਜਬੂਰੀ ਕਰਕੇ ਹੋਏਗਾ। ਪਹਿਲਾਂ ਕਿਸਾਨ ਜਥੇਬੰਦੀਆਂ ਨੇ ਗੱਲ ਮੰਨ ਲਈ ਸੀ, ਤੁਸੀਂ ਕਹਿ ਰਹੇ ਹੋ? ਬਿਲਕੁਲ, ਉਹਨਾਂ ਨੇ ਡਿਸਕਸ ਕੀਤਾ। ਡਿਸਕਸ ਕਰਨ ਤੋਂ ਬਾਅਦ ਇੱਕ ਪੁਆਇੰਟ ਪੁੱਛਿਆ ਔਰ ਉਹਨਾਂ ਨੇ ਫਿਰ 1-2 ਪੁਆਇੰਟ ਰੇਜ਼ ਕੀਤੇ। ਅਸੀਂ ਬਿਜਲੀ ਦੇ ਬਿੱਲ ਦੀ ਵੀ ਗੱਲ ਕਰ ਰਹੇ ਹਾਂ, ਉਹਨਾਂ ਨੇ ਕਿਹਾ ਪੋਲੂਸ਼ਨ ਬਾਰੇ ਵੀ ਗੱਲ ਕਰੋ, ਪੋਲੂਸ਼ਨ ਦਾ ਜਿਹੜਾ ਆਰਡੀਨੈਂਸ ਹੋਇਆ ਸਰਕਾਰ ਨੇ ਉਹ ਵੀ ਮੰਨਿਆ ਵੀ ਅਸੀਂ ਇਹ ਵੀ ਐਡ ਕਰ ਲਾਂਗੇ। ਤਿੰਨਾਂ ਕਾਨੂੰਨ ਤੋਂ ਬਿਨਾਂ ਵੱਖਰੀਆਂ 2 ਮੰਗਾਂ ਇਹ ਵੀ ਰੱਖੀਆਂ ਸੀ, ਉਹਦੇ ਬਾਰੇ ਵੀ ਸਰਕਾਰ ਨੇ ਮੰਨਿਆ ਔਰ ਉਹ ਤੋਂ ਬਾਅਦ ਐਜੀਟੇਸ਼ਨ ਨੂੰ ਜਾਰੀ ਰੱਖਣ ਦਾ ਕੋਈ ਵੀ ਕਾਰਨ ਨਹੀਂ ਬਣਦਾ। ਜਿਹੜੀ ਵੀ ਲੀਡਰਸ਼ਿਪ ਹੈ ਉਹਦਾ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਗੱਲਾਂ ਮੰਨ ਲਈਆਂ ਫਿਰ ਆਮ ਲੋਕਾਂ ਨੂੰ ਕਸ਼ਟ ਵਿੱਚ ਨਹੀਂ ਪਾਉਣਾ ਚਾਹੀਦਾ। ਲੇਕਿਨ ਸਰਕਾਰ ਕਾਨੂੰਨ ਰੱਦ ਕਿਉਂ ਨਹੀਂ ਕਰ ਸਕਦੀ? ਇਹ ਕਦੀ ਹੋਇਆ ਨਹੀਂ ਰੱਦ ਹੋਣਾ, ਜਾਂ ਸਰਕਾਰ ਕਰਨਾ ਨਹੀਂ ਚਾਹੁੰਦੀ ਜਾਂ ਸਰਕਾਰ ਕਰ ਨਹੀਂ ਸਕਦੀ? ਕਿਉਂ ਨਹੀਂ ਕਰ ਸਕਦੀ? ਦੇਖੋ, ਜਿਹੜਾ ਇਹ ਬਿੱਲ ਬਣਿਆ ਸੀ ਇਹ ਕਿਸਾਨਾਂ ਦੇ ਹਿੱਤ ਵਿੱਚ ਸਰਕਾਰ ਨੇ ਬਣਾਇਆ ਸੀ। ਕਿਸਾਨਾਂ ਨੂੰ ਫਾਇਦਾ ਹੋਵੇ, ਸਰਕਾਰਾਂ ਨੂੰ ਮੰਡੀ ਦਾ ਐਡੀਸ਼ਨਲ ਮੌਕਾ ਮਿਲੇ ਔਰ ਵੇਚਣ ਦੀ ਆਜ਼ਾਦੀ ਹੋਵੇ। ਇਹਦੇ ਵਿੱਚ ਕਈ ਕਿਸਾਨ ਲੀਡਰਾਂ ਨੇ ਇਹਨੂੰ ਚੰਗਾ ਵੀ ਮੰਨਿਆ ਔਰ ਪੰਜਾਬ ਦੀ ਯੂਨੀਅਨਸ ਨੇ ਇਹਦੇ ਬਾਰੇ ਵਿਰੋਧ ਕੀਤਾ। ਇਸ ਕਰਕੇ ਗੱਲਬਾਤ ਹੋਈ। ਅਸੀਂ ਚੰਗੀ ਇੰਟੈਂਸ਼ਨ ਨਾਲ ਸਰਕਾਰ ਨੇ ਬਿੱਲ ਬਣਾਇਆ ਸੀ। ਇਹੀ ਬਿੱਲ ਕਾਂਗਰਸ ਵੇਲੇ ਜਦੋਂ ਕਾਂਗਰਸ ਦੀ ਸਰਕਾਰ ਸੀ, ਸਰਦਾਰ ਮਨਮੋਹਨ ਸਿੰਘ ਨੇ ਇਹ ਬਿੱਲ ਲੈ ਕੇ ਆਂਦਾ ਸੀ ਪਾਰਲੀਮੈਂਟ 'ਚ, ਉਦੋਂ ਪਾਸ ਨਹੀਂ ਹੋ ਸਕਿਆ ਔਰ ਚੋਣ ਮੈਨੀਫੈਸਟੋ ਕਾਂਗਰਸ ਦੇ ਵਿੱਚ ਵੀ ਇਹ ਬਿੱਲ ਸੀ। ਇਹੀ ਸੀ 2017 ਦੇ 2019 ਦੇ ਚੋਣ ਮੈਨੀਫੈਸਟੋ 'ਚ ਲਿਖਿਆ ਸੀ ਕਿ ਅਸੀਂ ਇਹ ਬਿੱਲ ਲੈ ਕੇ ਆਵਾਂਗੇ ਔਰ ਸ਼੍ਰੋਮਣੀ ਅਕਾਲੀ ਦਲ ਵੀ ਇਹਦਾ ਪ੍ਰੋਪਾਗੈਂਡਾ ਕਰਦਾ ਰਿਹਾ। ਇਹ ਜਿਹੜਾ ਆਰਡੀਨੈਂਸ ਇਸ਼ੂ ਹੋਣ ਤੋਂ ਬਾਅਦ ਵੀ 2 ਮਹੀਨੇ ਉਹਨਾਂ ਨੇ ਹਰ ਵੱਖ-ਵੱਖ ਫੋਰਮਾਂ 'ਤੇ ਕਿਹਾ। ਬਦਕਿਸਮਤੀ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਵੀ ਇਹਨੂੰ ਗਲਤ ਢੰਗ ਨਾਲ ਇਹਦੀ ਸਪੋਰਟ ਕਰ ਰਹੀਆਂ ਔਰ ਕਾਂਗਰਸ ਪਾਰਟੀ ਜਿਹਦਾ ਚੋਣ ਮੈਨੀਫੈਸਟੋ ਸੀ ਉਹ ਵੀ ਇਹਦਾ ਵਿਰੋਧ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹਦੀ ਸਪੋਰਟ ਕਰਦਾ ਸੀ, ਗੁਣਗਾਨ ਗਾਉਂਦਾ ਰਿਹਾ, ਉਹ ਵੀ ਇਹਦੀ ਵਿਰੋਧ ਕਰਦੇ ਨੇ। ਤਾਂ ਮੈਂ ਸਮਝਦਾ ਇਹ ਅਨੈਤਿਕ ਗੱਲ ਹੈ। ਲੇਕਿਨ ਹੁਣ ਅੱਗੇ ਹੋਏਗਾ ਕਿ ਅੰਦੋਲਨ ਖਤਮ ਕਿਵੇਂ ਹੋਏਗਾ? ਸਰਕਾਰ ਗੱਲਬਾਤ ਦੁਬਾਰਾ ਕਰਨ ਦੇ ਲਈ ਬੁਲਾਉਣਾ ਚਾਹੁੰਦੀ ਹੈ ਔਰ ਸਰਕਾਰ ਦਾ ਨਵਾਂ ਪ੍ਰਪੋਜ਼ਲ ਕੋਈ ਆਏਗਾ, ਕਿਉਂਕਿ ਪ੍ਰਪੋਜ਼ਲ ਪੁਰਾਣਾ ਤਾਂ ਰਿਜੈਕਟ ਕਰ ਦਿੱਤਾ। ਦੇਖੋ, ਸਰਕਾਰ ਗੱਲਬਾਤ ਕਰਨ ਲਈ ਹਮੇਸ਼ਾ ਤਿਆਰ ਹੈ। ਜਿਹੜੀਆਂ ਉਹਦੀਆਂ ਮੰਗਾਂ ਮੰਨੀਆਂ ਕਈਆਂ ਸੀ, ਸਾਰੀਆਂ ਮੰਨੀਆਂ ਔਰ ਇਹ ਤੋਂ ਬਾਅਦ ਵੀ ਕੋਈ ਉਹਨਾਂ ਨੂੰ ਕੋਈ ਚੀਜ਼ ਦੀ ਕਲੈਰੀਫਿਕੇਸ਼ਨ ਦੀ ਗੱਲ ਹੈ ਜਾਂ ਕੋਈ ਗੱਲ ਉਹ ਕਹਿਣੀ ਚਾਹੁੰਦੇ ਨੇ। ਹਰ ਗੱਲ ਦਾ, ਹਰ ਮਸਲੇ ਦਾ ਹੱਲ ਸਿਰਫ ਗੱਲਬਾਤ ਹੁੰਦਾ। ਕੋਈ ਮਸਲਾ ਹੋਵੇ, ਕਿੰਨਾ ਵੀ ਗੰਭੀਰ ਹੋਵੇ, ਕਿੰਨਾ ਵੀ ਜਟਲ ਹੋਵੇ, ਅੰਤ ਵਿੱਚ ਤਾਂ ਟੇਬਲ ਤੇ ਬੈਠ ਕੇ ਗੱਲਬਾਤ ਹੋਣੀ ਹੁੰਦੀ ਹੈ। ਲੇਕਿਨ ਉਹ ਕਹਿ ਰਹੇ ਕਿ ਅਸੀਂ 8-8 ਘੰਟੇ ਤੁਸੀਂ ਉਸ ਮੀਟਿੰਗ ਦਾ ਹਿੱਸਾ ਰਹੇ ਹੋ, ਤੁਸੀਂ ਵੀ ਸਮਝਾਉਂਦੇ ਰਹੇ ਹੋ। ਲਾਸਟ ਮੀਟਿੰਗ 'ਚ ਹੋਇਆ ਯੈਸ ਔਰ ਨੋ, ਕਾਨੂੰਨ ਰੱਦ ਕਰਨੇ ਜਾਂ ਨਹੀਂ ਕਰਨੇ, ਔਰ ਉਹ ਕਹਿ ਰਹੇ ਕਿ ਕਾਨੂੰਨ ਰੱਦ ਕਰੋਗੇ ਤੇ ਅਸੀਂ ਮੀਟਿੰਗ ਕਰਾਂਗੇ, ਨਹੀਂ ਤਾਂ ਅਸੀਂ ਮੀਟਿੰਗ ਨਹੀਂ ਕਰਾਂਗੇ। ਯੈਸ ਔਰ ਨੋ ਤੋਂ ਬਾਅਦ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਸਾਡੀਆਂ
ਅਸੀਂ ਤੁਹਾਡੀਆਂ ਗੱਲਾਂ ਮੰਨਣੀਆਂ, ਉਹਨੂੰ ਕੋਈ ਲਿਖਤੀ ਤੌਰ 'ਤੇ ਤੁਹਾਨੂੰ ਭੇਜਾਂਗੇ। ਅਸੀਂ ਲਿਖ ਕੇ ਉਹ ਤੋਂ ਬਾਅਦ ਅਮਿਤ ਸ਼ਾਹ ਜੀ ਨਾਲ ਮੀਟਿੰਗ ਹੋਈ ਗ੍ਰਹਿ ਮੰਤਰੀ ਭਾਰਤ ਸਰਕਾਰ ਦੇ ਨਾਲ, ਔਰ ਉਹਨਾਂ ਨੂੰ ਲਿਖਤੀ ਤੌਰ 'ਤੇ ਸਾਰੀਆਂ ਪ੍ਰਪੋਜ਼ਲਾਂ ਦਿੱਤੀਆਂ ਗਈਆਂ। ਜਿੰਨੀਆਂ ਮੰਗਾਂ ਅੱਜ ਤੱਕ ਉਹਨਾਂ ਰੇਜ਼ ਕੀਤੀਆਂ ਸਾਰੀਆਂ ਮੰਨੀਆਂ। ਇੱਕ ਜਿੱਦ ਹੈ ਕਿ ਅਸੀਂ ਕਾਨੂੰਨ ਵਾਪਸ ਕਰਾਉਣਾ, ਇਹ ਮੈਂ ਸਮਝਦਾ ਕਿ ਨਾ ਇਹ ਕਿਸਾਨਾਂ ਦੇ ਹਿੱਤ ਵਿੱਚ ਹੈ, ਨਾ ਇਹ ਦੇਸ਼ ਦੇ ਹਿੱਤ ਵਿੱਚ ਹੈ, ਨਾ ਇਹ ਪੰਜਾਬ ਦੇ ਹਿੱਤ ਵਿੱਚ ਹੈ। ਔਰ ਕਿਸਾਨ ਲੀਡਰ ਜਿਹੜੇ ਨੇ ਇਹਨਾਂ ਦੇ ਹੱਥੋਂ ਗੱਲ ਨਿਕਲਦੀ ਲੱਗਦੀ ਹੈ। ਇਹ ਮੈਰਿਟ ਤੇ ਨਹੀਂ ਹੁਣ ਗੱਲ ਚੱਲ ਰਹੀ, ਇਹਦੇ ਹੱਥੋਂ ਗੱਲ ਨਿਕਲ ਰਹੀ ਹੈ। ਇਹ ਜਿਹਦੇ ਨਾਲ ਕੋਈ ਗਲਤ ਐਲੀਮੈਂਟਸ ਦੇ ਹੱਥਾਂ 'ਚ ਗੱਲ ਜਾ ਸਕਦੀ। ਕਿੰਨਾ ਹੱਥ ਤੁਸੀਂ ਕਹਿ ਰਹੇ ਹੋ? ਤੁਸੀਂ ਪਹਿਲਾਂ ਕਿਹਾ ਕਿ ਮਜਬੂਰੀ ਹੈ, ਮਜਬੂਰੀ ਕੀ ਸੀਗੀ ਔਰ ਕਿੰਨਾ ਦੇ ਹੱਥ ਇਹ ਮੂਵਮੈਂਟ ਜਿਹੜੀ ਜਾਂਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੈ? ਫਿਰ ਦੇਖੋ, ਆਪ ਕਹਿੰਦੇ ਨੇ ਵੀ ਸਾਡੇ ਵੱਸ 'ਚ ਨਹੀਂ। ਜਦੋਂ ਲਾਸਟ ਮੀਟਿੰਗ ਕੀਤੀ, ਜੇ ਪਹਿਲਾਂ ਇਹ ਗੱਲ ਮੰਨ ਲੈਂਦੇ ਤਾਂ ਬਹੁਤ ਚੰਗਾ ਸੀ। ਹੁਣ ਸਾਡੇ ਵੱਸ 'ਚ ਨਹੀਂ ਹੈ। ਸਾਨੂੰ ਜਿਹੜੇ ਲੋਕੀ ਆਏ ਹੋਏ ਨੇ ਉਹ ਸਾਨੂੰ ਇਹ ਕਿਸ ਦੇ ਸ਼ਬਦ ਸੀਗੇ? ਇਹ ਕਿਹੜੀ ਜਥੇਬੰਦੀ ਨੇ ਇਹ ਗੱਲ ਕਹੀ ਸੀ? ਲੀਡਰ ਸਾਰੇ ਜਿਹੜੇ ਬੈਠੇ ਸੀ ਹਾਂ, ਇਹ ਗੱਲ ਕਹਿੰਦੇ। 32 ਪੰਜਾਬ ਦੀਆਂ ਜਥੇਬੰਦੀਆਂ ਨੇ, 32 ਜਥੇਬੰਦੀਆਂ ਇੱਕੋ ਗੱਲ ਕਹਿੰਦੀਆਂ ਜਾਂ ਫਿਰ 32 ਜਥੇਬੰਦੀਆਂ ਚੋਂ ਇਹ ਵੀ ਹੈ ਕਿ ਸਰਕਾਰ ਵੀ ਇੱਕ ਜਥੇਬੰਦੀ ਨਾਲ ਗੱਲਬਾਤ ਕਰ ਰਹੀ ਹੈ? ਬੋਲਣ ਵਾਲੇ ਵਿੱਚ ਬੈਠੇ ਨੇ, ਉਹ ਬੋਲਦੇ ਰਹੇ ਨੇ ਵੀ ਸਾਡੀ ਜੇ ਪਹਿਲਾਂ ਇਹ ਗੱਲ ਹੁੰਦੀ ਤਾਂ ਸਾਨੂੰ ਚੰਗਾ ਸੀ, ਅਸੀਂ ਮੰਨ ਵੀ ਜਾਣਾ ਸੀ। ਪਰ ਹੁਣ ਸਾਡੀ ਬੇਵਸੀ ਹੈ, ਇੰਨੇ ਲੋਕ ਇਕੱਠੇ ਹੋਏ ਨੇ, ਅਸੀਂ ਉਹਨਾਂ ਨੂੰ ਕੀ ਜਵਾਬ ਦੇਵਾਂਗੇ? ਇਹ ਜਿਹੀਆਂ ਗੱਲਾਂ ਕਰਦੇ ਨੇ। ਦੇਖੋ, ਲੀਡਰ ਦਾ ਮਤਲਬ ਹੈ ਲੋਕਾਂ ਨੂੰ ਜਿਹੜੇ ਲੈ ਕੇ ਆਏ ਨੇ ਉਹਨਾਂ ਨੂੰ ਕਨਵਿੰਸ ਕਰਨਾ ਵੀ ਲੋਕਾਂ ਦਾ ਉਹਨਾਂ ਦਾ ਫਰਜ਼ ਬਣਦਾ ਹੈ। ਜਦੋਂ ਗੱਲਾਂ ਮੰਨੀਆਂ ਗਈਆਂ ਫਿਰ ਉਹ ਤੋਂ ਬਾਅਦ ਅੰਦੋਲਨ ਨੂੰ ਲੰਬਾ ਕਰਨਾ ਕੋਈ ਬਹੁਤ ਚੰਗੀ ਗੱਲ ਨਹੀਂ। ਤੁਸੀਂ ਕਿਹਾ ਗਲਤ ਐਲੀਮੈਂਟ ਆ ਗਏ, ਕਿਹੜੇ ਗਲਤ ਐਲੀਮੈਂਟ ਨੇ? ਔਰ ਇਹ ਦੇਖੋ, ਇਹ ਜਿਹੜਾ ਵੱਡਾ ਅੰਦੋਲਨ ਹੋਵੇ ਉਹ 'ਚ ਸੁਭਾਵਿਕ ਤੌਰ ਤੇ ਕਈ ਐਲੀਮੈਂਟ ਵੜ ਸਕਦੇ ਨੇ, ਇਹਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਔਰ ਇੱਕ ਕਿਸਾਨ ਲੀਡਰ ਆਪ ਵੀ ਕਹਿੰਦੇ ਨੇ ਕੋਈ ਗਲਤ ਐਲੀਮੈਂਟ, ਅੱਜ ਵੀ ਮੈਂ ਟੀਵੀ ਤੇ ਉਹਦੀ ਇੰਟਰਵਿਊ ਦੇਖ ਰਿਹਾ ਸੀ, ਕੋਈ ਗਲਤ ਲੋਕੀ ਆ ਗਏ ਸੀ, ਅਸੀਂ ਉਹਨਾਂ ਨੂੰ ਵਾਪਸ ਕਰ ਦਿੱਤਾ। ਐਦਾਂ ਉਹ ਜਿਹੜੇ ਗਲਤ ਐਲੀਮੈਂਟ ਇਹਦਾ ਫਾਇਦਾ ਹੁਣ ਤੁਸੀਂ ਗੱਲਬਾਤ ਦਾ ਕੋਈ ਸੁਨੇਹਾ ਭੇਜਿਆ, ਕੋਈ ਲਿਖਤੀ ਤੌਰ ਤੇ ਭੇਜਿਆ? ਕਿਉਂਕਿ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਸਾਡੇ ਕੋਲ ਰਿਟਰਨ 'ਚ ਕੋਈ ਸੁਨੇਹਾ ਨਹੀਂ ਆਇਆ ਇਨਵੀਟੇਸ਼ਨ ਦਾ, ਅਗਰ ਆਏਗਾ ਅਸੀਂ ਜਾਵਾਂਗੇ। ਦੇਖੋ, ਅਸੀਂ ਤਾਂ ਉਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਗੱਲਬਾਤ ਲਿਆਓ, ਉਹਨਾਂ ਨੇ ਕਿਹਾ ਅਸੀਂ ਨਹੀਂ ਜਾਣਾ, ਆਪੇ ਉਹਨਾਂ ਨੇ ਮਨਾ ਕੀਤਾ ਸੀ। ਹੁਣ ਵੀ ਗੱਲਬਾਤ ਕਰਨ ਨੂੰ ਸਰਕਾਰ ਹਮੇਸ਼ਾ ਤਿਆਰ ਹੈ। ਜਦੋਂ ਵੀ ਗੱਲਬਾਤ ਕਰਨਾ ਚਾਹਣ, ਅਸੀਂ ਕਿਸੇ ਵੀ ਜਰੀਏ ਤੁਹਾਡੇ ਰਾਹੀਂ ਵੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਗੱਲਬਾਤ ਲਿਆਓ, ਬੈਠ ਕੇ ਅਸੀਂ ਦੇਸ਼ ਦੀ ਤਰੱਕੀ ਦੀ ਗੱਲ ਕਰੀਏ, ਵਿਕਾਸ ਦੀ ਗੱਲ ਕਰੀਏ, ਜਿੱਦ ਨਾ ਕਰੀਏ, ਹੱਠ ਨਾ ਕਰੀਏ ਜਿਹਦੇ ਨਾਲ ਨੁਕਸਾਨ ਹੋਵੇ ਦੇਸ਼ ਦਾ। ਤੁਸੀਂ ਨਿਊਜ਼ 18 ਤੇ ਤਾਂ ਸੱਦਾ ਪੱਤਰ ਦੇ ਰਹੇ ਹੋ, ਰਿਟਰਨ 'ਚ ਕੋਈ ਸੱਦਾ ਪੱਤਰ ਭੇਜੋਗੇ? ਰਿਟਰਨ 'ਚ ਜਾਣਕਾਰੀ ਇਹ ਮਿਲ ਰਹੀ ਸੀ ਕਿ 15 ਤਰੀਕ ਤੈਅ ਹੋ ਪਾ ਰਹੀ ਹੈ। ਮੈਂ ਕਹਿੰਦਾ 15 ਵੀ ਹੋ ਸਕਦੀ, ਕੋਈ ਵੀ ਡੇਟ ਹੋ ਸਕਦੀ ਹੈ, 15 ਹੋਵੇ 14 ਹੋਵੇ, ਜਦੋਂ ਵੀ ਚਾਹਣਗੇ ਗੱਲਬਾਤ ਲਈ ਅਸੀਂ ਸਾਡੇ ਕੋਲ ਯਤਨ ਹਮੇਸ਼ਾ ਜਾਰੀ ਨੇ। ਔਰ ਜਦੋਂ ਜਿੰਨੀ ਜਲਦੀ ਗੱਲਬਾਤ ਹੋਵੇ ਉਹ ਅਸੀਂ ਕਰਨ ਨੂੰ ਤਿਆਰ ਹੈ। 15 ਤਰੀਕ ਨੂੰ ਹੋਏਗੀ ਜਾਂ ਕੋਈ ਅੱਗੇ ਪਿੱਛੇ ਕਿਸੇ ਜਥੇਬੰਦੀ ਨਾਲ ਕੋਈ ਹੋਈ? ਡੇਟ ਬਾਰੇ ਤਾਂ ਖੇਤੀਬਾੜੀ ਮੰਤਰੀ ਤੈਅ ਕਰਨਗੇ। ਔਰ ਜਿੰਨੀ ਉਹਨਾਂ ਦਾ ਵੀ ਮੈਂ ਕੱਲ ਵੀ ਮਿਲਿਆ, ਉਹਨਾਂ ਨੂੰ ਅੱਜ ਵੀ ਮਿਲਿਆ, ਜਿੰਨੀ ਜਲਦੀ ਗੱਲਬਾਤ ਸ਼ੁਰੂ ਕਰਨ ਲਈ ਉਹ ਤਿਆਰ ਨੇ। ਨਵੀਂ ਮੀਟਿੰਗ ਦੇ ਵਿੱਚ ਚਰਚਾ ਹੋਏਗੀ ਕੀ? ਨਵੀਂ ਮੀਟਿੰਗ ਦੇ ਵਿੱਚ ਨਵਾਂ ਸਰਕਾਰ ਦਾ ਪ੍ਰਪੋਜ਼ਲ ਰਹਿਣ ਕੀ ਵਾਲਾ? ਅਸੀਂ ਤਾਂ ਸਾਰੀਆਂ ਮੰਗਾਂ ਮੰਨ ਚੁੱਕੇ ਹਾਂ। ਹੁਣ ਕਿਸਾਨਾਂ ਨੂੰ ਪੁੱਛਣਾ ਵੀ ਜਦ ਤੁਹਾਡੀਆਂ ਗੱਲਾਂ ਮੰਨ ਲਈਆਂ, ਹੁਣ ਰਹਿੰਦਾ ਕੀ ਹੈ? ਇਹ ਕਾਹਦੀ ਜਿੱਦ ਹੈ ਵੀ ਅਸੀਂ ਕਾਨੂੰਨ ਵਾਪਸ ਕਰਾਉਣਾ, ਜਦ ਕਿਸਾਨ ਦੀ ਮੰਗ ਸਾਰੀ ਪੂਰੀ ਹੋ ਗਈ? ਇਹ ਜਿੱਦ ਕਰਨੀ ਵਾਜਬ ਨਹੀਂ ਹੈ, ਗਲਤ ਹੈ। ਤੁਸੀਂ ਨਿਊਜ਼ 18 ਤੇ ਦੱਸ ਸਕਦੇ ਹੋ ਕਿ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਲੈ ਕੇ ਸਰਕਾਰ ਸਹਿਮਤ ਹੋ ਗਈ ਹੈ ਔਰ ਇਹ ਮੰਗਾਂ ਜਿਹੜੀਆਂ ਤੁਸੀਂ ਮੰਨ ਲਈਆਂ? ਜਿਹੜੀ ਲਿਖਤੀ ਤੌਰ ਤੇ ਪ੍ਰਪੋਜ਼ਲ ਤੁਸੀਂ ਆਪ ਵੀ ਦੇਖੀ ਟੀਵੀ ਤੇ, ਤੁਸੀਂ ਆਪ ਸੁਣਾਈ ਸਾਰਿਆਂ ਨੂੰ, ਉਹ ਸਾਰੀਆਂ ਚੀਜ਼ਾਂ ਮੰਨੀਆਂ ਉਹਨਾਂ ਦੀਆਂ। ਮੰਡੀ ਸਿਸਟਮ ਬਾਰੇ ਉਹਨਾਂ ਨੇ ਕਿਹਾ ਸੀ ਮੰਡੀ ਜਿਹੜੀ ਬਾਹਰ ਦੀ ਹੈ ਉਹ ਜਿਹੜੇ ਪਹਿਲੀਆਂ ਮੰਡੀਆਂ ਖਤਮ ਹੋ ਜਾਣਗੀਆਂ। ਸਰਕਾਰ ਨੇ ਕਿਹਾ ਸੀ ਉਹਨਾਂ ਤੇ ਵੀ ਉਹਨਾਂ ਟੈਕਸ ਲਾ ਦਿੰਦੇ ਆ, ਜਿਹੜਾ ਬਾਹਰੋਂ ਵਪਾਰੀ ਆਏਗਾ ਉਹਨੂੰ ਰਜਿਸਟ੍ਰੇਸ਼ਨ ਕਰਾਂਗੇ। ਔਰ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਬਾਰੇ ਲਿਖਤੀ ਤੁਹਾਨੂੰ ਆਸ਼ਵਾਸਨ ਦੇਵਾਂਗੇ, ਗਰੰਟੀ ਕਰਾਂਗੇ। ਔਰ ਨਾਲ ਇਹ ਵੀ ਕਿਹਾ ਸੀ ਕਿ ਜੇ ਕੋਰਟ 'ਚ ਜਾਣਾ, ਉਹ ਕਹਿੰਦੇ ਸੀ SDM ਦੀ ਕੋਰਟ 'ਚ ਨਹੀਂ ਜਾਣਾ, ਅਸੀਂ ਕਿਹਾ ਤੁਸੀਂ ਸਿਵਲ ਕੋਰਟ ਦਾ ਅਸੀਂ ਪ੍ਰੋਵੀਜ਼ਨ ਕਰ ਦਿੰਦੇ ਹਾਂ। ਪੈਨ ਕਾਰਡ ਦੇ ਕਹਿੰਦੇ ਸੀ ਪਰਚੇਜ਼ ਕਰ ਲਏਗਾ, ਬਾਹਰੋਂ ਆ ਕੇ ਬਾਅਦ 'ਚ ਉਹਦਾ ਕਪਲਾ ਕਰ ਦੇਗਾ, ਅਸੀਂ ਕਿਹਾ ਉਹਦੀ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੰਦੇ ਹਾਂ। ਜਿਹੜੀਆਂ ਵੀ ਮੰਗਾਂ ਕਈਆਂ ਤਿੰਨਾਂ ਇਹਨਾਂ ਬਿੱਲਾਂ ਬਾਰੇ ਉਹਨੂੰ ਪੂਰਨ ਤੌਰ ਤੇ ਹੱਲ ਕੀਤਾ। ਔਰ ਉਹ ਤੋਂ ਬਾਅਦ ਬਿਜਲੀ ਦੇ ਬਿੱਲ ਦੀ ਗੱਲ ਕੀਤੀ, ਪੋਲੂਸ਼ਨ ਦੇ ਬਿੱਲ ਦੀ ਗੱਲ ਕੀਤੀ। ਇਹ ਸਾਰੀਆਂ 7, 8, 9 ਪੁਆਇੰਟ ਸੀ, ਉਹਦਾ ਅਸੀਂ ਉਹਨਾਂ ਦਾ ਨਿਵਾਰਨ ਕੀਤਾ। ਉਹ ਤੋਂ ਬਾਅਦ ਤਾਂ ਮੈਂ ਕਹਿੰਦਾ ਅਨਫੋਰਚੂਨੇਟ ਹੈ ਕਿ ਇਹ ਐਜੀਟੇਸ਼ਨ ਹਾਲੇ, ਲੇਕਿਨ ਇਹ ਮੰਗਾਂ ਤਾਂ ਉਹਨਾਂ ਨੇ ਰਿਜੈਕਟ ਕਰਤੀਆਂ। ਇਹ ਮੰਗਾਂ ਉਹਨਾਂ ਨੇ ਕਹਿਤਾ ਕਿ ਇਹ ਪ੍ਰਸਤਾਵ ਸਾਨੂੰ ਮਨਜ਼ੂਰ ਨਹੀਂ ਹੈ। ਕੋਈ ਨਵਾਂ ਪ੍ਰਪੋਜ਼ਲ ਹੈ ਕਿ ਇਹ ਵੀ ਚੀਜ਼ਾਂ ਜਿਹੜੀਆਂ ਮੰਗੀਆਂ ਜਾ ਸਕਦੀਆਂ? ਕੋਈ ਤਿੰਨਾਂ ਚੋਂ ਇੱਕ ਕਾਨੂੰਨ ਰੱਦ ਕਰਨ ਤੇ ਸਰਕਾਰ ਵਿਚਾਰ ਕਰ ਰਹੀ ਹੈ ਕਿ ਟ੍ਰੇਡ ਵਾਲਾ ਰੱਦ ਕਰ ਦਿੱਤਾ ਜਾਵੇ ਜਾਂ ਫਿਰ ਕੰਟਰੈਕਟ ਫਾਰਮਿੰਗ ਨੂੰ ਲੈ ਕੇ ਜਾਂ ਫਿਰ ਕੋਈ ਹੋਰ? ਹੁਣ ਤਾਂ ਉਹਨਾਂ ਨਾਲ ਬੈਠ ਕੇ ਡਿਸਕਸ ਕਰਨ ਦੀ ਗੱਲ ਹੋ ਸਕਦੀ ਹੈ। ਕਿਆ ਰੱਦ ਕਰਨਾ ਕਾਨੂੰਨ 'ਚ ਉਹਨਾਂ ਦੀ ਗੱਲ ਮੰਨੀ ਕਿਹੜੀ ਨਹੀਂ ਗਈ, ਇਹ ਉਹ ਦੱਸਣਗੇ। ਉਹ ਕਹਿ ਰਹੇ ਕਿ ਕਾਨੂੰਨ ਰੱਦ ਕਰੋ। ਤਿੰਨਾਂ ਚੋਂ ਇੱਕ ਕਾਨੂੰਨ ਜਾਂ 2 ਕਾਨੂੰਨ ਸਰਕਾਰ ਪਲਾਨ ਕਰ ਰਹੀ ਹੈ ਕਿ 1 ਜਾਂ 2 ਕਾਨੂੰਨ ਰੱਦ ਕੀਤੇ ਜਾ ਸਕਦੇ? ਇਹ ਹਾਸੋਹੀਣੀ ਗੱਲ ਹੈ।
ਸਰਕਾਰ ਨੇ ਤੈਅ ਕਰਨਾ ਕਾਨੂੰਨ ਕਿਹੜਾ ਬਣਾਉਣਾ ਕਿ ਨਹੀਂ, ਪਾਰਲੀਮੈਂਟ ਨੇ ਤੈਅ ਕਰਨਾ। ਉਹਨਾਂ ਦੀ ਮੰਗ ਜਿਹੜੀ ਸੀ ਉਹ ਸਾਰੀ ਮੰਨੀ ਗਈ ਹੈ, ਉਹ ਤੋਂ ਬਿਨਾਂ ਸਰਕਾਰ ਨੇ ਹੋਰ ਕੀ ਕਰਨਾ। ਯਾਨੀ ਕਾਨੂੰਨ ਰੱਦ ਨਹੀਂ ਕਰੇਗੀ ਸਰਕਾਰ। ਉਹਨਾਂ ਦੀ ਗੱਲ ਸਾਰੀ ਮੰਨੀ ਗਈ, ਔਰ ਜੇ ਕੋਈ ਹੋਰ ਉਹਨਾਂ ਨੂੰ ਮੁਕਾਲਤਾ ਹੈ ਉਹਦੇ ਬਾਰੇ ਡਿਸਕਸ਼ਨ ਕਰ ਲਈ ਸਰਕਾਰ ਤੇ। ਕਾਂਗਰਸ ਇਹ ਕਹਿ ਰਹੀ ਜੰਤਰ ਮੰਤਰ ਤੇ ਜਿਹੜੇ ਪ੍ਰੋਟੈਸਟ ਚੱਲ ਰਹੇ ਨੇ ਉੱਥੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਬੈਠੇ ਹੋਏ ਨੇ, ਉਹ ਕਹਿ ਰਹੇ ਨੇ ਕਿ ਸਪੈਸ਼ਲ ਸੈਸ਼ਨ ਸੱਦੋ, ਸਪੈਸ਼ਲ ਸੈਸ਼ਨ ਸੱਦ ਕੇ ਇਹ ਕਾਨੂੰਨ ਰੱਦ ਕਰੋ, ਇੱਕ ਨਵਾਂ ਕਾਨੂੰਨ ਲੈ ਕੇ ਆਓ, ਨਵੇਂ ਕਾਨੂੰਨ ਦੇ ਵਿੱਚ ਇਹ ਸਾਰੀਆਂ ਮੰਗਾਂ ਜਿਹੜੀਆਂ ਮੰਨੋ। ਦੇਖੋ, ਸਭ ਤੋਂ ਬਦਕਿਸਮਤੀ ਹੈ, ਆਪਾਂ ਡੈਮੋਕ੍ਰੇਟਿਕ ਕੰਟਰੀ, ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੇਟਿਕ ਕੰਟਰੀ ਹੈ। ਕਾਂਗਰਸ ਦਾ ਚੋਣ ਮੈਨੀਫੈਸਟੋ 2019 ਦਾ, ਜਿਹਦੇ ਵਿੱਚ ਉਹਨਾਂ ਲਿਖਿਆ ਸੀ ਕਿ ਅਸੀਂ ਖੇਤੀਬਾੜੀ ਦੇ ਇਹ ਬਿੱਲ ਲੈ ਕੇ ਆਵਾਂਗੇ, ਅਸੀਂ ਜਿਹੜਾ APMC ਐਕਟ ਹੈ ਇਹਨੂੰ ਖਤਮ ਕਰਾਂਗੇ। ਇਹੀ ਸਾਡਾ ਚੋਣ ਮੈਨੀਫੈਸਟੋ ਸੀ। ਇਹ ਤੇ ਬਿੱਲ ਪਹਿਲਾਂ ਉਹ ਕਾਂਗਰਸ ਵਾਲੇ ਸਰਦਾਰ ਮਨਮੋਹਨ ਸਿੰਘ ਲਿਆ ਚੁੱਕੇ ਪਾਰਲੀਮੈਂਟ 'ਚ, ਇਹਦੇ ਹੱਕ 'ਚ ਬੋਲਦੇ ਰਹੇ। ਹੁਣ ਇਹ ਕਹਿਣਾ ਆਪਣੇ ਦੂਜੇ ਦੇ ਮੈਨੀਫੈਸਟੋ ਤੋਂ ਉਲਟ, ਇਹ ਅਨੈਤਿਕ ਗੱਲ ਹੈ। ਮੈਂ ਸਮਝਦਾ ਜਿਹਦੀ ਪਾਰਟੀ ਦੇ ਚੋਣ ਮੈਨੀਫੈਸਟੋ 'ਚ ਕੋਈ ਗੱਲ ਲਿਖਿਆ ਹੋਵੇ, ਹੁਣ ਕਹਿਣਾ ਇਹ ਗਲਤ ਹੋਇਆ। ਲੇਕਿਨ ਉਹ ਤਾਂ ਕਹਿ ਰਹੇ ਨਵਾਂ ਕਾਨੂੰਨ ਬਣਾਓ, ਇਹ ਕਾਨੂੰਨ ਰੱਦ ਕਰ ਦਿਓ, ਇੱਕ ਨਵਾਂ ਕਾਨੂੰਨ ਲਾਓ। ਇਹੀ ਬਦਕਿਸਮਤੀ ਹੈ ਕਿ ਪਾਰਲੀਮੈਂਟ ਦੇ ਵਿੱਚ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਉਹ ਇਹੋ ਜਿਹੀ ਗੱਲ ਕਰਨ, ਜਦੋਂ ਕਿ ਉਹਨਾਂ ਦੇ ਚੋਣ ਮੈਨੀਫੈਸਟੋ 'ਚ ਇਹ ਗੱਲ ਲਿਖੀ ਹੋਵੇ। ਜਿਆਦਾ ਇਹ ਕਹਿ ਸਾਡਾ ਚੋਣ ਮੈਨੀਫੈਸਟੋ ਗਲਤ ਸੀ, ਅਸੀਂ ਗਲਤੀ ਨਾਲ ਲਿਖਿਆ, ਅਸੀਂ ਇਹਦੇ ਉਦੋਂ ਦਾ ਚੋਣ ਮੈਨੀਫੈਸਟੋ ਕਹਿੰਦੇ ਅਸੀਂ ਕਰਾਂਗੇ, ਜੇ ਅਸੀਂ ਕਰ ਦਿੱਤਾ ਗਲਤ ਹੈ, ਜੇ ਉਹ ਕਰ ਦੇਣ ਤਾਂ ਠੀਕ ਹੈ। ਹੁਣ ਅਮਿਤ ਸ਼ਾਹ ਹੋਰਾਂ ਦੇ ਨਾਲ ਮੀਟਿੰਗ ਹੋਈ, ਖੇਤੀਬਾੜੀ ਮੰਤਰੀ ਨਾਲ ਪੰਜਾਬ BJP ਦੀ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਕੀ ਕੋਈ ਚਰਚਾ ਹੋਈ ਜਦੋਂ ਪੰਜਾਬ BJP ਦੀ ਲੀਡਰਸ਼ਿਪ ਨੂੰ ਸੱਦ ਲਿਆ? ਕਿਉਂਕਿ ਅਜੇ ਤੱਕ ਪਿਕਚਰ 'ਚ ਤੁਸੀਂ ਨਜ਼ਰ ਆ ਰਹੇ ਸੀ, ਪਿਕਚਰ 'ਚ ਹਰਜੀਤ ਗਰੇਵਾਲ ਨਜ਼ਰ ਆ ਰਹੇ ਸੀ, ਪਿਕਚਰ 'ਚ ਸੁਰਜੀਤ ਜੈਨੀ ਨਜ਼ਰ ਆ ਰਹੇ ਸੀ, ਬਾਕੀ BJP ਪੰਜਾਬ ਦੀ ਨਜ਼ਰ ਨਹੀਂ ਆ ਰਹੀ ਸੀ ਲੀਡਰਸ਼ਿਪ। ਹੁਣ ਚਰਚਾ ਕੀ ਹੋਈ ਜਦੋਂ ਅਮਿਤ ਸ਼ਾਹ ਹੋਰਾਂ ਨੇ ਸੱਦਿਆ, ਨਰਿੰਦਰ ਸਿੰਘ ਤੋਮਰ ਹੋਰਾਂ ਨੇ ਸੱਦਿਆ, ਕੀ ਗੱਲਬਾਤ ਮੀਟਿੰਗ ਦੇ ਵਿੱਚ ਰਹੀ? ਇਹ ਤਾਂ ਰੂਟੀਨ ਮੀਟਿੰਗ ਸੀ, ਉਹਨਾਂ ਨੂੰ ਮਿਲਣ ਆਏ ਸੀ ਪ੍ਰਧਾਨ ਜੀ, ਤੇ ਇਸ ਕਰਕੇ ਉਹਨਾਂ ਨੂੰ ਮਿਲਣ ਗਏ ਸੀ। ਕੋਈ ਖਾਸ ਗੱਲਬਾਤ? ਕਿਉਂਕਿ ਜੋ ਲਿਖਿਆ ਵੀ ਹੈ ਕਿ ਕਰੰਟ ਸਿਚੁਏਸ਼ਨ ਨੂੰ ਲੈ ਕੇ ਸਾਰੀ ਚਰਚਾ ਹੋਈ ਹੈ। ਸਾਰੇ ਅੱਜ ਦੇ ਹਾਲਾਤ ਨੇ, ਪੰਜਾਬ ਦੀ ਕਿਵੇਂ ਹੈ, ਕਿਵੇਂ ਚੱਲਣਾ ਅੱਗੇ, ਪਾਰਟੀ ਨੂੰ ਕਿਵੇਂ ਚਲਾਉਣਾ, ਪਾਰਟੀ ਦਾ ਸੰਗਠਨ ਕਿਵੇਂ ਕਾਇਮ ਕਰਨਾ, ਉਹਨੂੰ ਕਿਸ ਤਰ੍ਹਾਂ ਤਾਕਤ ਦੇਣੀ ਹੈ, ਇਸ ਬਾਰੇ ਸਾਰਾ ਵਿਚਾਰ ਵਟਾਂਦਰਾ ਕਰਦੇ ਆ। ਇਹ ਰੂਟੀਨ ਮੀਟਿੰਗ ਸੀ, ਕੋਈ ਵਿਸ਼ੇਸ਼ ਇਹ ਵੀ ਕਿਹਾ ਗਿਆ ਕਿ ਅਗਲੇ 2 ਦਿਨਾਂ 'ਚ ਪ੍ਰੈਸ ਕਾਨਫਰੰਸ ਪੰਜਾਬ 'ਚ ਕੀਤੀਆਂ ਜਾਣਗੀਆਂ, ਉਸ ਨੂੰ ਲੈ ਕੇ ਵੀ ਰੂਪਰੇਖਾ ਜਿਹੜੀ ਆ ਉਹ ਘੜੀ ਜਾ ਰਹੀ ਹੈ। ਇਹ ਤਾਂ ਪਹਿਲਾਂ ਪਾਰਟੀ ਨੇ ਜੋ ਤੈਅ ਕੀਤਾ ਹੈ ਪ੍ਰੋਗਰਾਮ, ਪਹਿਲਾਂ ਕਿੰਨੀਆਂ ਪ੍ਰੈਸ ਕਾਨਫਰੰਸਾਂ ਕਿੱਥੇ ਔਰ ਕਿਵੇਂ ਸੈਂਟਰ ਦੇ ਵੀ ਮੰਤਰੀ ਜਾਣਗੇ, ਸੈਂਟਰ ਦੇ ਲੀਡਰ ਵੀ ਜਾਣਗੇ? ਨਹੀਂ, ਜੋ ਮੈਂ ਹਲੇ ਪੜ੍ਹਿਆ ਨਹੀਂ ਹੈ, ਮੈਂ ਰਾਤੀ ਦਿੱਲੀ ਤੋਂ ਆਇਆ, ਮੈਂ ਦਿੱਲੀ ਆਇਆ, ਤੇ ਇਹਦੇ ਬਾਰੇ ਜੋ ਵੀ ਲੈਟਰ ਨਿਕਲਿਆ ਉਹਦੇ ਬਾਰੇ ਇਸ਼ੂ ਹੋ ਚੁੱਕੇ ਨੇ, ਉਹਦੇ ਮੁਤਾਬਕ ਜਿੱਥੇ ਪ੍ਰੈਸ ਕਾਨਫਰੰਸ ਕਹੀ ਆ ਉਹ ਕਰਨੀ ਆ ਪਾਰਟੀ ਨੇ। ਅੱਛਾ, ਇੱਕ ਸੁਰਜੀਤ ਜੈਨੀ ਨੇ ਇੱਕ ਬੜਾ ਇੰਟਰਸਟਿੰਗ ਅੱਜ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਤੇ OP ਚੌਟਾਲਾ, ਇਹ ਤਿੰਨੋਂ ਲੀਡਰ ਆਣ, ਕਿਉਂਕਿ ਜਦੋਂ ਦੋਵਾਂ ਪਾਸੇ ਗੱਲਬਾਤ ਰੁਕ ਗਈ ਤਾਂ ਇਹ ਤਿੰਨੇ ਲੀਡਰ ਆ ਕੇ ਗੱਲਬਾਤ ਜਿਹੜੀ ਹੈ ਉਹ ਅੱਗੇ ਵਧਾਣ, ਕਿਸਾਨਾਂ ਨੂੰ ਵੀ ਗੱਲਬਾਤ ਕਰਨ, ਸਰਕਾਰ ਨਾਲ ਵੀ ਗੱਲਬਾਤ ਕਰਨ। ਮੈਂ ਜੈਨੀ ਸਾਹਿਬ ਨੇ ਕੀ ਕਿਹਾ ਮੈਨੂੰ ਪਤਾ ਨਹੀਂ ਹੈ, ਇਹ ਤਾਂ ਜੈਨੀ ਸਾਹਿਬ ਵੀ ਦੱਸ ਸਕਦੇ ਨੇ, ਇਹ ਉਹਨਾਂ ਦਾ ਸੁਝਾਅ ਹੋ ਸਕਦਾ ਹੈ। ਉਹਨਾਂ ਦਾ ਸੁਝਾਅ ਸੀਗਾ, ਇਹਦੇ ਬਾਰੇ ਮੈਂ ਕੀ ਕਮੈਂਟਰੀ ਕਰਨੀ ਹੈ। ਤੁਹਾਨੂੰ ਲੱਗਦਾ ਕੈਪਟਨ ਬਾਦਲ, ਉਹ ਚੌਟਾਲਾ, ਇਹ ਅੱਗੇ ਆ ਕੇ ਜਦੋਂ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਇੱਕ ਗੈਪ ਪੈ ਗਿਆ ਤਾਂ ਇਹਨਾਂ ਨੂੰ ਅੱਗੇ ਆ ਕੇ ਮਸਲੇ ਦਾ ਹੱਲ ਕਰਨਾ? ਬਾਦਲ ਸਾਹਿਬ ਬਹੁਤ ਸਤਿਕਾਰਯੋਗ ਨੇ, ਬਹੁਤ ਵੱਡੇ ਲੀਡਰ ਨੇ, ਬਹੁਤ ਵੱਡਾ ਕੱਦ ਹੈ ਉਹਨਾਂ ਦਾ, ਦੇਸ਼ ਦੇ ਕਿਸਾਨਾਂ ਦੀ ਹਮੇਸ਼ਾ ਗੱਲ ਕਰਦੇ ਰਹੇ ਨੇ। ਪਰ ਅੱਜ ਜੇ ਕਿਸਾਨ ਸੜਕ ਤੇ ਬੈਠਾ ਹੈ, ਜਦ ਉਹਨਾਂ ਦੀਆਂ ਗੱਲਾਂ ਮੰਨੀਆਂ ਗਈਆਂ, ਤਾਂ ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਅਸੀਂ ਪੰਜਾਬ ਦੀ ਸ਼ਾਂਤੀ ਲਈ ਕੰਮ ਕਰੀਏ, ਦੇਸ਼ ਦੇ ਹਿੱਤਾਂ 'ਚ ਗੱਲ ਕਰੀਏ, ਇਹ ਐਜੀਟੇਸ਼ਨ ਨੂੰ ਖਤਮ ਕਰਵਾਉਣ 'ਚ ਉਹਨਾਂ ਨੂੰ ਯੋਗਦਾਨ ਪਾਉਣਾ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਸਾਰੇ ਲੀਡਰਾਂ ਨੂੰ ਪਾਉਣਾ ਚਾਹੀਦਾ ਹੈ, ਚਾਹੇ ਕੈਪਟਨ ਅਮਰਿੰਦਰ ਸਿੰਘ ਹੈ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੈ, ਚਾਹੇ ਸੁਖਬੀਰ ਸਿੰਘ ਬਾਦਲ ਹੈ। ਸਾਰਿਆਂ ਨੂੰ ਇਹਦੇ ਲਈ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਮਾਹੌਲ ਨਾ ਵਿਗੜੇ ਔਰ ਪੰਜਾਬ ਤਰੱਕੀ ਕਰੇ, ਦੇਸ਼ ਤਰੱਕੀ ਕਰੇ, ਇਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਮੇਰੀ ਤਾਂ ਸਾਰਿਆਂ ਨੂੰ ਇਹ ਅਪੀਲ ਹੈ, ਵੱਡੇ ਲੀਡਰ ਨੇ, ਉਹਨਾਂ ਦਾ ਵੀ ਫਰਜ਼ ਬਣਦਾ ਹੈ। ਅੱਛਾ, ਕਿਸਾਨ ਆਗੂ ਕਹਿ ਰਹੇ ਕਿ ਸਾਨੂੰ ਲਿਖਤੀ ਤੌਰ ਤੇ ਨਹੀਂ ਆਇਆ ਕੋਈ ਵੀ ਪ੍ਰਪੋਜ਼ਲ, ਤੁਸੀਂ ਲਿਖਤੀ ਤੌਰ ਤੇ ਭੇਜੋਗੇ ਅਗਰ ਸਰਕਾਰ? ਕਿਉਂਕਿ ਕਿਸਾਨ ਕਹਿ ਰਹੇ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਤੁਸੀਂ ਕਹਿ ਰਹੇ ਹੋ ਗੱਲਬਾਤ ਕਰਨ ਲਈ ਸਰਕਾਰ ਵੀ ਤਿਆਰ ਹੈ, ਤਾਂ ਤੁਸੀਂ ਲਿਖਤੀ ਤੌਰ ਤੇ ਭੇਜੋਗੇ? ਨਿਊਜ਼ 18 ਤੇ ਤਾਂ ਤੁਸੀਂ ਦੱਸ ਹੀ ਰਹੇ ਹੋ, ਲੇਕਿਨ ਲਿਖਤੀ ਤੌਰ ਤੇ ਦੱਸੋਗੇ? ਕੋਈ ਸਾਨੂੰ ਇਤਰਾਜ਼ ਨਹੀਂ ਹੈ, ਲਿਖ ਕੇ ਭੇਜਣ 'ਚ ਵੀ ਕੋਈ ਇਤਰਾਜ਼ ਨਹੀਂ ਹੈ। ਖੇਤੀਬਾੜੀ ਮੰਤਰੀ ਕਹਿੰਦੇ ਸੀ ਮੈਂ ਜਦੋਂ ਮਰਜ਼ੀ ਕਹਿਣਗੇ ਮੈਨੂੰ ਲਿਖ ਕੇ ਆਉਣ, ਆਪੇ ਅੱਜ ਦੇ ਇਹਨਾਂ ਨੇ ਕਿਹਾ ਸੀ ਅਸੀਂ ਨਹੀਂ ਆਉਣਾ ਪਿਛਲੀ ਵਾਰੀ। ਜਦੋਂ ਵੀ ਮਾਹੌਲ ਠੀਕ ਹੁੰਦਾ, ਜਦੋਂ ਗੱਲਬਾਤ ਕਰ ਲਈ, ਜਲਦੀ ਤੋਂ ਜਲਦੀ ਉਹ ਲਿਖ ਕੇ ਭੇਜਣਗੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਕੋਈ ਜਿੱਦ ਵਾਲੀ ਗੱਲ ਨਹੀਂ ਹੈ ਸਰਕਾਰ ਦੀ। ਫਿਰ ਉਸ ਮੀਟਿੰਗ 'ਚ ਹੋਏਗਾ ਕੀ? ਉਸ ਮੀਟਿੰਗ 'ਚ ਜੋ ਡਿਸਕਸ ਹੋਏਗਾ ਉਹ ਤੋਂ ਬਾਅਦ ਹੀ ਪਤਾ ਦੱਸਾਂਗੇ ਕੀ ਹੋਏਗਾ। ਡਿਸਕਸ ਕੀਤਾ ਜਾਏਗਾ, ਇਸ ਮਸਲੇ ਨੂੰ ਗੰਭੀਰਤਾ ਨਾਲ ਹੱਲ ਕਰਨ ਦਾ ਯਤਨ ਕੀਤਾ ਜਾਏਗਾ। ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨਿਊਜ਼ 18 ਪੰਜਾਬ ਦੇਖ ਰਹੇ ਨੇ, ਉਹਨਾਂ ਨੂੰ ਕੀ ਕੁਝ ਕਹਿਣਾ ਚਾਹੋਗੇ? ਕਿਸਾਨ ਜਥੇਬੰਦੀਆਂ ਨੂੰ ਕੀ ਕੁਝ ਕਹਿਣਾ ਚਾਹੋਗੇ? ਜੇ ਅੰਦੋਲਨ 'ਚ
ਭਰੀ ਠੰਡ ਦੇ ਵਿੱਚ ਕਿਸਾਨ ਜਿਹੜੇ ਨੇ ਉਹ 3 ਹਫ਼ਤੇ ਦੇ ਕਰੀਬ ਹੋ ਗਏ ਉੱਥੇ ਬੈਠੇ ਹੋਏ ਨੇ, ਉਹਨਾਂ ਨੂੰ ਕੀ ਕੁਝ ਕਹਿਣਾ ਚਾਹੋਗੇ? ਦੇਖੋ, ਮੈਂ ਪੰਜਾਬ ਤੋਂ ਹਾਂ। ਪੰਜਾਬ ਦੇ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਜਿਤਾਇਆ ਹੈ। ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਇਹਦੇ ਲਈ ਯਤਨ ਕਰਾਂ। ਔਰ ਮੈਂ ਜੋ ਪੰਜਾਬ ਦੇ ਲੋਕਾਂ 'ਚ ਪ੍ਰੋਪਗੈਂਡਾ ਕੀਤਾ ਗਿਆ ਕਿ ਸਾਡੀਆਂ ਜ਼ਮੀਨਾਂ ਲੈ ਲੈਣੀਆਂ, ਅਡਾਨੀ ਤੇ ਅਬਾਨੀ ਆ ਕੇ ਲੈ ਜਾਣਗੇ, ਇਸ ਬਾਰੇ ਸਰਕਾਰ ਨੇ ਸਪਸ਼ਟ ਕੀਤਾ ਹੈ ਕੋਈ ਐਸਾ ਨਹੀਂ ਹੋਏਗਾ। ਕਾਨੂੰਨ 'ਚ ਜੋ ਵੀ ਤਬਦੀਲੀ ਕਰਨੀ ਪਈ ਕਰਾਂਗੇ। ਨੰਬਰ 2, ਮੰਡੀ ਸਿਸਟਮ ਨੂੰ ਖਤਮ ਨਹੀਂ ਹੋਣ ਦਿੱਤਾ ਜਾਏਗਾ। ਜਿਹੜੇ ਬਾਹਰੋਂ ਖਰੀਦ ਹੋਏਗੀ ਉਹ ਮੰਡੀਆਂ ਉਹਦੇ ਬਰਾਬਰ ਕੀਤੀਆਂ ਜਾਣਗੀਆਂ। ਔਰ ਇਹ ਵੀ ਕਿਹਾ ਸੀ ਸਾਨੂੰ ਕੋਰਟ 'ਚ ਜਾਣ ਦਾ ਅਧਿਕਾਰ ਨਹੀਂ ਹੈ, ਉਹ ਵੀ ਅਧਿਕਾਰ ਦੇ ਦਿੱਤਾ। ਜੋ ਪ੍ਰੋਪਗੈਂਡਾ ਇਹਨਾਂ ਤਿੰਨਾਂ ਬਿੱਲਾਂ ਦੇ ਵਿਰੁੱਧ ਕੀਤਾ ਗਿਆ ਸੀ ਉਹਨਾਂ ਸਾਰਿਆਂ ਦਾ ਨਿਵਾਰਨ ਕੀਤਾ। ਜੋ ਕਿਸਾਨਾਂ ਦੀਆਂ ਮੰਗਾਂ ਸੀ ਉਹ ਪੂਰੀਆਂ ਕੀਤੀਆਂ। ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਇਹ ਸਮਝਣ ਕਿ ਸਰਕਾਰ ਉਹਨਾਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ। ਯਾਰ ਉਹ ਸਰਕਾਰ ਮੋਦੀ ਸਾਹਿਬ ਦੀ ਜਿਨ੍ਹਾਂ ਨੇ 1 ਲੱਖ ਕਰੋੜ ਲੋਕਾਂ ਦੇ ਖਾਤਿਆਂ 'ਚ ਪੈਸੇ ਪਾਏ ਹੋਣ, 1 ਲੱਖ ਕਰੋੜ ਦਾ ਫਿਰ ਪੈਕੇਜ ਦਿੱਤਾ ਹੋਵੇ, ਉਹ ਕਿੱਦਾਂ ਲੋਕ ਆਮ ਕਿਸਾਨ ਦੇ ਉਲਟ ਸੋਚ ਸਕਦੀ ਹੈ। ਇਸ ਕਰਕੇ ਇਹ ਜਿਹੜਾ ਕੂੜ ਪ੍ਰੋਪਗੈਂਡਾ ਹੈ ਉਹਦੇ ਵਿਰੁੱਧ ਲੋਕਾਂ ਨੂੰ ਸਮਝਣਾ ਚਾਹੀਦਾ ਹੈ। ਔਰ ਸਰਕਾਰ ਜਿਹੜੇ ਲੀਡਰਾਂ ਨੂੰ ਵੀ ਇਹ 'ਤੇ ਜ਼ਿੰਮੇਵਾਰੀ ਨਾਲ ਕੰਮ ਲੈਣਾ ਚਾਹੀਦਾ ਹੈ। ਜਦੋਂ ਉਹਦੀਆਂ ਮੰਗਾਂ ਸਾਰੀਆਂ ਮੰਨੀਆਂ ਗਈਆਂ ਉਹ ਤੋਂ ਬਾਅਦ ਕੋਈ ਗੱਲ ਕਰਨੀ ਬਣਦੀ ਨਹੀਂ ਹੈ। ਨਿਊਜ਼ 18 ਨਾਲ ਗੱਲਬਾਤ ਕਰਨ ਲਈ ਧੰਨਵਾਦ। ਤਾਂ ਸੋਮ ਪ੍ਰਕਾਸ਼ MOS 2-3 ਅਹਿਮ ਵੱਡੀਆਂ ਗੱਲਾਂ ਕਹੀਆਂ ਕਿ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ। ਅਗਰ ਲਿਖਤੀ ਤੌਰ ਤੇ ਵੀ ਕਿਸਾਨਾਂ ਨੂੰ ਭੇਜਣਾ ਹੋਇਆ ਤਾਂ ਲਿਖਤੀ ਤੌਰ ਤੇ ਵੀ ਸੱਦਾ ਪੱਤਰ ਦਿੱਤਾ ਜਾਏਗਾ। ਦੂਸਰੀ ਅਹਿਮ ਗੱਲ ਉਹਨਾਂ ਨੇ ਕਹੀ ਕਿ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣ, ਉਹਨਾਂ ਨੂੰ ਵੀ ਅੱਗੇ ਆ ਕੇ ਇਸ ਮਸਲੇ ਦੇ ਉੱਤੇ ਜਿਹੜਾ ਵੈ ਗੱਲਬਾਤ ਕਿਸਾਨਾਂ ਦੇ ਨਾਲ ਕਰਨੀ ਚਾਹੀਦੀ, ਸਰਕਾਰ ਦੇ ਨਾਲ ਕਰਨੀ ਚਾਹੀਦੀ। ਤੀਸਰੀ ਅਹਿਮ ਗੱਲ ਉਹਨਾਂ ਨੇ ਕਹੀ ਕਿ ਜੋ ਮੰਗਾਂ ਰੱਖੀਆਂ ਸੀ ਉਹ ਮੰਗਾਂ ਜਿਹੜੀਆਂ ਨੇ ਉਹ ਸਰਕਾਰ ਨੇ ਮੰਨ ਲਈਆਂ ਨੇ ਔਰ ਅਗਲੀ ਮੀਟਿੰਗ ਦੇ ਵਿੱਚ ਮਸਲੇ ਤੇ ਹੋਰ ਚਰਚਾ ਹੋਏਗੀ। ਉਹ ਟੇਬਲ ਟਾਕ ਦੇ ਜ਼ਰੀਏ ਹੀ ਮਸਲੇ ਦਾ ਹੱਲ ਹੁੰਦਾ ਵੈ। ਕੈਮਰਾਮੈਨ ਅਜੇ ਦੇ ਨਾਲ ਪੰਕਜ ਕਪਾਹੀ, ਨਿਊਜ਼ 18 ਦਿੱਲੀ।